ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਜੋ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ। ਦੇ ਮੁਹਾਰ ਲਗਾਮ ਪਹਿਰਾਵੋ ਸਾਗਲਤ ਜੀਨ ਗਗਨ ਦਾਰਾਵੋ। ਆਪਣਾ ਵਿਚਾਰ ਅਸਵਾਰੀ ਕੀਜੈ ਸਹਿਜ ਕੈ ਪਾਵੜੈ ਪਗ ਧਰ ਲੀਜੈ। ਰਹਾਉ ਚੱਲ ਰੇ ਬੈਕੁੰਠ ਤੁਝ ਹੇਲੇ ਤਾਰੋ। ਹਿਚ ਹੈ ਤਾਂ ਪ੍ਰੇਮ ਕੈ ਚਾਵਕ ਮਾਰੋ। ਕਹਿਤ ਕਬੀਰ ਭਲੇ ਅਸਵਾਰਾ ਬੇਦ ਕਤੇਬ ਤੇ ਰਹੇ ਨਿਰਾਰਾ। ਕਹਿਤ ਕਬੀਰ ਭਲੇ ਅਸਵਾਰਾ ਬੇਦ ਕਤੇਬ ਤੇ ਰਹੇ ਨਿਰਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਬਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਤਿੱਪ ਦੇ 3 ਪਦਿਆਂ ਵਾਲੇ ਸ਼ਬਦ ਹਨ। ਭਗਤ ਕਬੀਰ ਜੀ ਦੀ ਬਾਣੀ ਹੈ ਕਿ ਇੱਕ ਵਾਰੀ ਭਗਤ ਕਬੀਰ ਜੀ ਦਾ ਸਰੀਰ ਅਵਸਥਾ ਮੁਤਾਬਕ ਭਗਤ ਕਬੀਰ ਜੀ ਦਾ ਸਰੀਰ ਬਹੁਤ ਬਿਰਧ ਹੋ ਗਿਆ। ਇਹ ਪੰਚਕੋਸੀ ਦੇ ਜੋੜ ਮੇਲੇ ਦੀ ਯਾਤਰਾ ਤੇ ਹਰ ਸਾਲ ਜਾਇਆ ਕਰਦੇ ਸਨ ਭਗਤ ਕਬੀਰ ਜੀ। ਤੇ ਪੰਚਕੋਸੀ ਦੇ ਜੋੜ ਮੇਲੇ ਤੇ ਜਦੋਂ ਜਾਇਆ ਕਰਦੇ ਸਨ ਤੇ ਇੱਕ ਦਿਨ ਤੁਰੇ ਜਾ ਰਹੇ ਸਨ ਭਗਤ ਕਬੀਰ ਜੀ।
ਤਾਂ ਰਸਤੇ ਵਿੱਚ ਇਹਨਾਂ ਦਾ ਇੱਕ ਸ਼ਰਧਾਲੂ ਰਾਜਾ ਮਿਲ ਗਿਆ। ਸ਼ਰਧਾਲੂ ਰਾਜਾ ਕਹਿਣ ਲੱਗਾ ਕਿ ਕਬੀਰ ਜੀ, ਮੈਂ ਤੁਹਾਡੇ ਵਾਸਤੇ ਇੱਕ ਘੋੜਾ ਲਿਆਇਆ ਹਾਂ, ਤੁਸੀਂ ਹੁਣ ਇਸ ਘੋੜੇ 'ਤੇ ਸਵਾਰੀ ਕਰਿਆ ਕਰੋ, ਤੁਸੀਂ ਬਿਰਧ ਹੋ ਗਏ ਹੋ, ਸੋਥੋਂ ਤੁਰਿਆ ਨਹੀਂ ਜਾਂਦਾ। ਭਗਤ ਕਬੀਰ ਜੀ ਸੁਣ ਕੇ ਕਹਿਣ ਲੱਗੇ ਕਿ ਰਾਜਨ, ਅਸੀਂ ਤਾਂ ਪਹਿਲਾਂ ਹੀ ਘੋੜੇ 'ਤੇ ਸਵਾਰ ਰਹਿੰਦੇ ਹਾਂ, ਚੱਲ ਤੈਨੂੰ ਦੱਸੀਏ ਕਿ ਇਸ ਪ੍ਰਕਾਰ ਕਿਹੜੇ ਘੋੜੇ ਉੱਪਰ ਚੜ੍ਹਨਾ ਚਾਹੀਦਾ ਹੈ। ਤਾਂ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਰਾਜੇ ਨੂੰ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਕਿਹੜੇ ਘੋੜੇ 'ਤੇ ਚੜ੍ਹਨਾ ਚਾਹੀਦਾ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਦੇ ਮੁਹਾਰ ਲਗਾਮ ਪਹਿਰਾਵੋ। ਇਹ ਭਾਈ, ਜੋ ਮੁਹਾਰ ਮੋਹ ਨੂੰ ਹਾਰ ਦੇਣ ਵਾਲੀ ਹੈ ਅਤੇ ਜੋ ਪਰਮੇਸ਼ਰ ਦੀ ਭਗਤੀ ਦੀ ਹਿਰਦੇ ਅੰਦਰ ਲਾਗਣ ਲੱਗਣੀ ਹੈ, ਮਨ ਰੂਪੀ ਘੋੜੇ ਨੂੰ ਇਹ ਲਗਾਮ ਪਹਿਰਾਵੋ, ਪਹਿਰਾਉਣਾ ਕਰੋ। ਸਾਗਲਤ ਜੀਨ ਗਗਨ ਦੌਰਾਵੋ। ਸਾਗਲ ਸਾਰੇ ਪਦਾਰਥਾਂ ਸੰਬੰਧੀਆਂ ਆਦਿਕਾਂ ਦਾ ਤਜੀਨ ਤਿਆਗਣਾ ਕਰ ਤੇ ਸਾਰੇ ਜਿਹੜੇ ਪਦਾਰਥ ਹਨ, ਸੰਬੰਧੀ ਹਨ, ਇਹਨਾਂ ਦਾ ਸਾਰਿਆਂ ਦਾ ਤਜੀਨ ਤਿਆਗਣਾ ਕਰਨ ਰੂਪ ਕਾਠੀ ਪਾ ਕੇ ਮਨ ਰੂਪੀ ਘੋੜੇ ਨੂੰ ਗਗਨ ਹੁੰਦਾ ਚਿਦਾ ਆਕਾਸ਼ ਵਿੱਚ ਦੌਰਾਵੋ, ਦੌੜਾਉਣਾ ਕਰ, ਭਜਾਉਣਾ ਕਰੋ। ਆਪਣੇ ਵਿਚਾਰ ਅਸਵਾਰੀ ਕੀਜੈ, ਆਪਣੇ ਨਿਜ ਸਰੂਪ ਭਾਵ ਆਤਮਾ ਪਰਮਾਤਮਾ ਰੂਪ ਅਤੇ ਪਰਮਾਤਮਾ ਆਤਮਾ ਰੂਪ ਹੈ। ਅਜਿਹੀ ਸਰੂਪ ਦੇ ਜੋ ਵਿਚਾਰ ਕਰਕੇ ਇਸਤਤ ਹੋਣ ਰੂਪੀ ਸਵਾਰੀ ਕਰਨੀ ਕਰ ਅਤੇ ਸਹਿਜ ਕੈ ਪਾਵੜੈ ਪੱਗ ਧਰ ਲੀਜੈ। ਜਿਹੜੇ ਕਿ ਚਿੱਤ ਅਤੇ ਮਨ ਅੰਦਰ ਸਹਿਜ ਸ਼ਾਂਤੀ ਧਾਰਨ ਕਰਨੀ ਹੈ। ਇਹ ਦੋ ਪਾਵੜੈ ਪੈੜੇ ਰਕਾਬਾਂ ਹਨ, ਇਹਨਾਂ ਵਿੱਚ ਸਮਦਮ ਸਾਧਨ ਰੂਪ ਪੱਗ ਪੈਰ ਰੱਖ ਲੈਣਾ ਕਰੀਏ। ਰਹਾਉ। ਭਗਤ ਜੀ ਅੱਗੇ ਕਹਿਣ ਲੱਗੇ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋ। ਭਗਤ ਜੀ ਕਹਿਣ ਲੱਗੇ, ਹੇ ਰਾਜਨ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਕਿ ਇਸ ਮਨ ਰੂਪੀ ਘੋੜੇ 'ਤੇ ਸਵਾਰ ਹੋ ਕੇ ਇਉਂ ਕਹੀਏ ਕਿ ਹੇ ਮਨਾ ਚੱਲਣਾ ਕਰ, ਤੈਨੂੰ ਬੈਕੁੰਠ ਸਾਧ ਸੰਗਤ ਵਿੱਚ ਲੈ ਚੱਲੀਏ। ਉੱਥੇ ਪਰਮੇਸ਼ਰ ਦਾ ਕੀਰਤਨ, ਉੱਥੇ ਪਰਮੇਸ਼ਰ ਦਾ ਭਜਨ ਸੁਣਾ ਕੇ ਤੈਨੂੰ ਤਾਰਨਾ ਕਰੀਏ, ਮੁਕਤ ਕਰ ਦੇਈਏ। ਕਿ ਹਿਚਹਿ ਤਾਂ ਪ੍ਰੇਮ ਕੈ ਚਾਬਕ ਮਾਰੋ, ਜਿੱਥੇ ਦਵੈਤ ਰੁਕ ਜਾਵੇ ਤੇ ਐਸਾ ਜੋ ਆਨੰਦ ਹੈ ਉਸ ਨੂੰ ਬੈਕੁੰਠ ਵਿੱਚ ਲੈ ਚੱਲੀਏ ਤੇ ਤੈਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕਰੀਏ। ਜੇਕਰ ਹਿਚ ਹੈ ਤੇ ਪ੍ਰੇਮ ਕੈ ਚਾਵਕ ਮਾਰੋ, ਹਿਚ ਹੈ ਰੁਕਾਵਟ ਪਾਵੇਗਾ, ਅੜੀ ਕਰੇਗਾ, ਤਾਂ ਤੈਨੂੰ ਪਰਮੇਸ਼ਰ ਦੇ ਪਿਆਰ ਦਾ ਚਾਵਕ, ਪਰਮੇਸ਼ਰ ਦੇ ਪਿਆਰ ਦੇ ਕੋਰੜੇ ਮਾਰ ਕਰਕੇ ਪਰਮਾਰਥ ਵੱਲ ਸਿੱਧਾ ਕਰ ਲਵਾਂਗੇ। ਕਹਿਤ ਕਬੀਰ ਭਲੇ ਅਸਵਾਰਾ। ਭਗਤ ਕਬੀਰ ਜੀ ਕਹਿਣ ਲੱਗੇ ਕਿ ਮਨ ਰੂਪੀ ਘੋੜੇ 'ਤੇ ਅਸਵਾਰਾ ਸਵਾਰ ਹੋਣ ਵਾਲੇ ਉਹ ਪੁਰਖ ਭਲੇ ਸ੍ਰੇਸ਼ਟ ਚੰਗੇ ਹਨ, ਜਿਹੜੇ ਵੇਦ ਕਤੇਬ 'ਤੇ ਰਹੇ ਨਿਰਾਰਾ। ਕਿ ਜਿਹੜੇ ਚਾਰੇ ਵੇਦਾਂ ਅਤੇ ਕਤੇਬ ਚਾਰੇ ਕਤੇਬਾਂ ਤੋਂ ਨਿਰਾਰਾ ਨਿਰਾਲੇ ਰਹਿੰਦੇ ਹਨ, ਭਾਵ ਵੇਦਾਂ ਵਿੱਚ ਜ਼ਿਆਦਾ ਕਰਮ ਕਾਂਡ ਕਥਨ ਕੀਤਾ ਹੈ। ਜਿਹੜੇ ਵੇਦ ਹਨ ਉਹਨਾਂ ਵੇਦਾਂ ਦੇ ਵਿੱਚ ਜ਼ਿਆਦਾ ਕਰਮ ਕਾਂਡ ਕਥਨ ਕੀਤਾ ਹੈ ਤੇ ਕਤੇਬਾਂ ਵਿੱਚ ਸਰਾ ਦੱਸੀ ਹੈ।
ਜੇਕਰ ਇਹਨਾਂ ਕਰਮ ਕਾਂਡਾਂ ਤੋਂ ਸਾਰਾ ਰੂਪ ਝਾੜੀਆਂ ਵਿੱਚ ਫਸ ਗਿਆ ਤਾਂ ਪਰਮੇਸ਼ਰ ਦੀ ਭਗਤੀ ਨਹੀਂ ਹੋਣੀ। ਇਸ ਕਰਕੇ ਇਹਨਾਂ ਤੋਂ ਨਿਰਾਰਾ ਹੋ ਕੇ ਹੀ ਬੰਦਗੀ ਕਰ, ਤਾਂ ਤੂੰ ਉੱਤਮ ਹੋ ਜਾਏਗਾ। ਅਗਲੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਕਾਂਸੀ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ। ਜਿੱਥੇ ਵੀ ਭਗਤ ਕਬੀਰ ਜੀ ਨਾਲ ਕੋਈ ਬਚਨ ਬਿਲਾਸ ਜਾਂ ਕੁਝ ਭਗਤ ਜੀ ਦੇਖਦੇ ਸਨ ਸੰਸਾਰ ਦੇ ਵਿੱਚ, ਉੱਥੇ ਹੀ ਬਾਣੀ ਉਚਾਰਨ ਕਰਦੇ ਹਨ, ਕਾਂਸੀ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਗਿਆ। ਤਾਂ ਕਬੀਰ ਜੀ ਉਸ ਦੇ ਸੰਸਕਾਰ 'ਤੇ ਗਏ। ਜਦੋਂ ਸੰਸਕਾਰ ਕਰ ਹਟੇ ਤਾਂ ਭਗਤ ਕਬੀਰ ਜੀ ਨੇ ਇਹ ਬੈਰਾਗਮਈ ਸ਼ਬਦ ਉਚਾਰਨ ਕੀਤਾ। ਭਗਤ ਜੀ ਕਹਿਣ ਲੱਗੇ, ਗੁਰਬਾਣੀ ਦੁਆਰਾ ਜੇ ਮੁਖ ਪੰਚੋ ਅੰਮ੍ਰਿਤ ਖਾਏ, ਜਿਹੜੇ ਮੁਖ ਦੁਆਰਾ ਜੀਵ ਪੰਚੋ ਅੰਮ੍ਰਿਤ, ਪੰਜ ਅੰਮ੍ਰਿਤ ਰੂਪ ਪਦਾਰਥ ਭਾਵ ਸਹਿਤ, ਖੰਡ, ਦਹੀਂ, ਦੁੱਧ, ਘਿਓ ਆਦਿਕ ਅਨੇਕਾਂ ਪਦਾਰਥ ਖਾਂਦਾ ਸੀ, ਤੇ ਮੁਖ ਦੇਖਤ ਲੂਕਟ ਲਾਏ, ਕਿ ਉਸੇ ਮੁਖ ਨੂੰ ਅੱਜ ਲੂਕਟ ਲਾਂਬੂ ਚੁਆਤੀ ਲਾਉਂਦੇ ਦੇਖਿਆ ਗਿਆ ਹੈ ਮੈਂ। ਭਗਤ ਜੀ ਜੋ ਸੰਸਕਾਰ 'ਤੇ ਗਏ ਸੀ, ਸੰਸਕਾਰ ਹੋਏ ਤੋਂ ਬਾਅਦ ਬੈਰਾਗਮਈ ਸ਼ਬਦ ਉਚਾਰਨ ਕਰਦੇ ਹਨ, ਜਿਹ ਮੁਖ ਪੰਚੋ ਅੰਮ੍ਰਿਤ ਖਾਏ, ਜਿਹੜੇ ਮੁਖ ਦੇ ਨਾਲ ਜੀਵ ਅੰਮ੍ਰਿਤ ਪੰਜ ਪ੍ਰਕਾਰ ਦਾ ਜੋ ਪਦਾਰਥ ਹੈ ਉਸ ਨੂੰ ਖਾਂਦਾ ਹੈ। ਸ਼ਹਿਦ, ਖੰਡ, ਦਹੀਂ, ਦੁੱਧ, ਘਿਓ ਆਦਿਕ ਅਨੇਕਾਂ ਪਦਾਰਥ ਖਾਂਦੇ ਸੀ। ਉਸੇ ਮੁਖ ਨੂੰ ਅੱਜ ਲੂਕਟ ਲਾਂਬੂ ਲਾਉਂਦੇ ਦੇਖਿਆ ਹੈ। ਉਸ ਮੂੰਹ ਨੂੰ ਦੇਖਦਿਆਂ ਦੇਖਦਿਆਂ ਹੀ ਲੂਕਟ ਚੁਆਤੀ ਲਾ ਦਿੱਤੀ ਗਈ ਹੈ, ਲਾਂਬੂ ਲਾ ਦਿੱਤਾ ਗਿਆ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਹੇ ਰਮੇ ਹੋਏ ਰਾਮ ਰਾਏ ਪ੍ਰਕਾਸ਼ ਰੂਪ ਪਰਮੇਸ਼ਰ, ਸਾਡਾ ਇੱਕ ਦੁੱਖ, ਸਾਡਾ ਇੱਕ ਕਸ਼ਟ ਕੱਟਣਾ ਕਰੋ। ਭਗਤ ਜੀ ਕਿਹੜਾ ਦੁੱਖ? ਕਹਿਣ ਲੱਗੇ, ਆਗਨ ਦਹੈ ਅਰ ਗਰਭ ਬਸੇਰਾ ਰਹਾਓ। ਭਗਤ ਜੀ ਕਹਿਣ ਲੱਗੇ, ਮੈਨੂੰ ਕਾਲ ਦੀ ਅਗਨ ਅੱਗ ਸਾੜਦੀ ਹੈ ਅਤੇ ਮਾਤਾ ਦੇ ਗਰਭ ਵਿੱਚ ਬਸੇਰਾ ਬਾਸਾ ਹੁੰਦਾ ਹੈ। ਇਸ ਕਰਕੇ ਮੇਰਾ ਇਹ ਜੰਮਣ ਮਰਨ ਦਾ ਦੁੱਖ ਕੱਟਣਾ ਕਰੋ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਆਗਨ ਦਹੈ ਅਰ ਗਰਭ ਬਸੇਰਾ ਰਹਾਓ। ਭਗਤ ਜੀ ਕਹਿਣ ਲੱਗੇ, ਹੇ ਪਰਮੇਸ਼ਰ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ, ਸਾਡਾ ਇੱਕ ਦੁੱਖ ਕਸ਼ਟ ਕੱਟਣਾ ਕਰੋ ਕਿ ਆਗਨ ਦਾ ਹੈ ਆਰ ਗਰਭ ਬਸੇਰਾ। ਭਗਤ ਜੀ ਕਹਿਣ ਲੱਗੇ, ਮੈਨੂੰ ਕਾਲ ਦੀ ਅੱਗ ਸਾੜਦੀ ਹੈ ਅਤੇ ਮਾਤਾ ਦੇ ਗਰਭ ਵਿੱਚ ਵਾਸਾ ਹੁੰਦਾ ਹੈ। ਇਸ ਕਰਕੇ ਮੇਰਾ ਇਹ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਇਹ ਕੱਟਣਾ ਕਰੋ। ਕਾਇਆ ਵਿਗੂਤੀ ਬਹੁ ਵਿਧ ਭਾਂਤੀ। ਹੇ ਭਾਈ, ਜਦੋਂ ਇਹ ਕਾਇਆ, ਇਹ ਦੇਹੀ, ਇਹ ਸਰੀਰ ਛੁੱਟ ਜਾਂਦਾ ਹੈ, ਬਹੁ ਵਿਧ ਭਾਂਤੀ, ਬਹੁਤ ਅਨੇਕਾਂ ਪ੍ਰਕਾਰ ਦੇ ਭਾਂਤੀ ਢੰਗਾਂ ਨਾਲ ਖਰਾਬ ਹੁੰਦੀ ਹੈ, ਨਸ਼ਟ ਹੁੰਦੀ ਹੈ। ਕਾਇਆ ਵਿਗੂਤੀ ਬਹੁ ਵਿਧ ਭਾਂਤੀ। ਹੈ ਭਾਈ, ਜਦੋਂ ਇਹ ਕਾਇਆ ਦੇਹੀ, ਇਹ ਸਰੀਰ ਛੁੱਟ ਜਾਂਦਾ ਹੈ ਤਾਂ ਬਹੁ ਵਿਧ ਭਾਂਤੀ, ਬਹੁ ਅਨੇਕਾਂ ਵਿਧ ਪ੍ਰਕਾਰ ਦੇ ਭਾਂਤੀ ਢੰਗਾਂ ਨਾਲ ਵਿਗੂਤੀ ਖਰਾਬ ਹੁੰਦੀ ਹੈ, ਨਸ਼ਟ ਹੁੰਦੀ ਹੈ। ਕੋ ਜਾਰੈ ਕੋ ਗੱਡ ਲੈ ਮਾਟੀ, ਕਿ ਇਸ ਦੇਹੀ ਨੂੰ ਜਦੋਂ ਇਹ ਛੁੱਟ ਜਾਂਦੀ ਹੈ ਤਾਂ ਕੋਈ ਹਿੰਦੂ ਤਾਂ ਚਿਖਾ ਬਣਾ ਕੇ ਸਾੜ ਦਿੰਦੇ ਹਨ। ਕੋ ਜਾਰੈ ਕੋ ਗੱਡ ਲੈ ਮਾਟੀ, ਕੋਈ ਮੁਸਲਮਾਨ ਮਿੱਟੀ ਵਿੱਚ ਗੱਡ ਦਿੰਦੇ ਹਨ। ਕਾਇਆ ਵਿਗੂਤੀ ਬਹੁ ਵਿਧ ਭਾਂਤੀ, ਜੋ ਕੋ ਜਾਰੈ ਕੋ ਗੱਡ ਲੈ ਮਾਟੀ, ਕਿ ਹੇ ਭਾਈ, ਜਦੋਂ ਇਹ ਸਰੀਰ ਛੁੱਟ ਜਾਂਦਾ ਹੈ ਤਾਂ ਅਨੇਕਾਂ ਪ੍ਰਕਾਰਾਂ ਦੇ ਨਾਲ ਅਨੇਕਾਂ
ਢੰਗਾਂ ਨਾਲ ਖਰਾਬ ਹੁੰਦੀ ਹੈ, ਇਹ ਨਸ਼ਟ ਕੀਤੀ ਜਾਂਦੀ ਹੈ। ਕੋਈ ਹਿੰਦੂ ਚਿਖਾ ਬਣਾ ਕੇ ਸਾੜ ਦਿੰਦੇ ਹਨ ਅਤੇ ਕੋਈ ਮੁਸਲਮਾਨ ਮਿੱਟੀ ਵਿੱਚ ਗੱਡ ਦਿੰਦੇ ਹਨ, ਮਿੱਟੀ ਵਿੱਚ ਦੱਬ ਦਿੰਦੇ ਹਨ। ਕਿ ਸੋਰਠਕੀ ਵਾਰ ਦੇ ਅੰਦਰ ਸਮਝਾਉਣਾ ਕੀਤਾ ਹੈ, ਇੱਕ ਦੱਬੇ ਇੱਕ ਦੱਜੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਭੀ ਫਿਰ ਹੱਸਣ ਪਾਹੇ। ਕਿ ਇੰਨੇ ਤਰੀਕਿਆਂ ਨਾਲ ਇਹ ਜਿਹੜੀ ਦੇਹੀ ਹੈ ਨਸ਼ਟ ਕੀਤੀ ਜਾਂਦੀ ਹੈ। ਇੱਕ ਦੱਬੇ, ਇੱਕ ਦੱਜੇ, ਇੱਕ ਤਾਂ ਅੱਗ ਲਾ ਦਿੰਦੇ ਹਨ, ਇੱਕ ਦੱਬੀ ਹੈ, ਇੱਕ ਨੂੰ ਦੱਬ ਦਿੱਤਾ ਜਾਂਦਾ ਹੈ। ਇੱਕ ਨਾ ਕੁੱਤੇ ਕਾਹੇ, ਕਈਆਂ ਨੂੰ ਕੁੱਤੇ ਹੀ ਖਾ ਜਾਂਦੇ ਹਨ। ਇੱਕ ਪਾਣੀ ਵਿੱਚ ਉਸੱਟੀ ਹੈ, ਕਿ ਕਈਆਂ ਨੂੰ ਗੰਗਾ ਦੇ ਵਿੱਚ ਹੀ ਜਲ ਪ੍ਰਵਾਹ ਕੀਤਾ ਜਾਂਦਾ ਹੈ। ਇੱਕ ਵੀ ਫਿਰ ਹੱਸਣ ਪਾਹੇ, ਇੱਕ ਕਹਿੰਦੇ ਖੂਹ ਹੁੰਦਾ ਹੈ, ਉਸ ਖੂਹ ਦੇ ਵਿੱਚ ਬੰਨ੍ਹ ਕੇ ਲਮਕਾਇਆ ਜਾਂਦਾ ਹੈ, ਉੱਥੇ ਹੀ ਜਾਨਵਰ ਖਾ ਜਾਂਦੇ ਹਨ। ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਤ ਦੂਹੂ ਨਾ ਪਾਈ। ਕਿ ਇਸ ਨੂੰ ਕਿਸੇ ਨੇ ਵੀ ਸਮਝਣਾ ਨਹੀਂ ਕੀਤਾ ਕਿ ਇਸ ਮਿੱਟੀ ਦਾ ਕਿਸ ਪ੍ਰਕਾਰ ਨਸ਼ਟ ਹੋਣਾ ਹੈ। ਭਗਤ ਕਬੀਰ ਜੀ ਅੱਗੇ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਆਪਣੇ ਚਰਨ ਕਮਲਾਂ ਦਾ, ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੈ ਤੇ ਜਮ ਕਿਉਂ ਨਾ ਪਠਾਵੋ। ਕਿ ਭਗਤ ਕਬੀਰ ਜੀ ਕਥਨ ਕਰਦੇ ਹਨ, ਹੇ ਪਰਮੇਸ਼ਰ ਆਪਣੇ ਚਰਨਾਂ ਕਮਲਾਂ ਦਾ ਸਾਨੂੰ ਧਿਆਨ ਬਖਸ਼ ਕੇ ਇਹਨਾਂ ਵਿੱਚੋਂ ਆਪਣਾ ਦਰਸ਼ਨ ਦਿਖਾਉਣਾ ਕਰੋ। ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੈ ਤੇ ਜਮ ਕਿਉਂ ਨਾ ਪਠਾਵੋ। ਕਿ ਇਹ ਭਗਤ ਕਬੀਰ ਜੀ ਸਮਝਾ ਰਹੇ ਹਨ ਗੁਰਬਾਣੀ ਦੁਆਰਾ ਕਿ ਹੇ ਪਰਮੇਸ਼ਰ ਆਪਣੇ ਚਰਨਾਂ ਕਮਲਾਂ ਦਾ ਸਾਨੂੰ ਧਿਆਨ ਬਖਸ਼ ਕੇ ਇਹਨਾਂ ਵਿੱਚੋਂ ਆਪਣਾ ਦਰਸ਼ਨ ਦਿਖਾਉਣਾ ਕਰੋ। ਸਾਨੂੰ ਆਪਣੇ ਚਰਨਾਂ ਕਮਲਾਂ ਦਾ ਦਰਸ਼ਨ ਦਿਖਾਉਣਾ ਕਰੋ। ਹੇ ਪਰਮੇਸ਼ਰ ਜੋ ਜਨਮਾਂ ਜਨਮਾਂ ਦਾ ਜਮਰਾਜ ਸਾਡੇ ਪਿੱਛੇ ਪਿਆ ਹੋਇਆ ਹੈ, ਇਸ ਨੂੰ ਪਿੱਛੇ ਹੀ ਭੇਜ ਦਿਓ। ਜਦੋਂ ਤੁਹਾਡੇ ਚਰਨਾਂ ਕਮਲਾਂ ਦਾ ਦਰਸ਼ਨ ਹੋ ਗਿਆ ਤਾਂ ਪਿੱਛੇ ਭਾਵ ਜਾਨ ਹੀ ਕਿਉਂ ਭੇਜਦੇ ਹੋ। ਫਿਰ ਕੋਈ ਪਰਵਾਹ ਨਹੀਂ ਹੈ, ਭਾਵ ਫਿਰ ਜਮ ਨਹੀਂ ਆ ਸਕਦਾ। ਅਗਲੇ ਸ਼ਬਦ ਦੇ ਵਿੱਚ ਭਗਤ ਜੀ ਕਥਨ ਕਰਦੇ ਹਨ, ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਵਨਾ, ਰਾਮ ਜਪਤ ਤਾਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹਿਆ ਸਮਾਇ ਰਹਾਉ, ਕਾਕੋ ਜਰੈ ਕਾਹੇ ਹੋਏ ਹਾਨ, ਨਾਟ ਬਟ ਖੇਲੈ ਸਾਰੰਗ ਪਾਨ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਭਗਤ ਕਬੀਰ ਜੀ ਦੀ ਬਾਣੀ ਹੈ, ਉਥਾਨਕਾ ਹੈ ਭਗਤ ਕਬੀਰ ਜੀ ਦੇ ਸ਼ਬਦ ਜੀ। ਜਿੱਥੇ ਕਾਂਸੀ ਵਿੱਚ ਭਗਤ ਕਬੀਰ ਜੀ ਦਾ ਘਰ ਸੀ, ਜਿੱਥੇ ਭਗਤ ਕਬੀਰ ਜੀ ਕਾਂਸੀ ਦੇ ਵਿੱਚ ਰਹਿੰਦੇ ਸੀ, ਕਿ ਜਿੱਥੇ ਭਗਤ ਕਬੀਰ ਜੀ ਦਾ ਘਰ ਸੀ ਉੱਥੇ ਸਾਹਮਣੇ ਹੀ ਇੱਕ ਬੇਸਵਾ ਦਾ ਘਰ ਸੀ। ਭਗਤ ਕਬੀਰ ਜੀ ਦੇ ਘਰ ਵਿੱਚ ਹਮੇਸ਼ਾ ਸਤ ਸੰਗਤ ਹੁੰਦੀ ਸੀ, ਸਾਧੂ ਮਹਾਤਮਾ ਆਉਂਦੇ ਸੀ, ਭਜਨ ਕੀਰਤਨ ਚੱਲਦੇ ਰਹਿੰਦੇ ਸੀ, ਜਿਸ ਕਰਕੇ ਬੇਸਵਾ ਦੇ ਪਾਸ ਜਿਹੜੇ ਵੀ ਵਿਸ਼ਈ ਪੁਰਸ਼ ਆਉਂਦੇ ਸੀ ਉਹਨਾਂ ਨੂੰ ਹਰੀ ਦਾ ਜਸ ਚੰਗਾ ਨਹੀਂ ਲੱਗਦਾ ਸੀ ਅਤੇ ਬੇਸਵਾ ਦੀ ਗਾਹਕੀ ਹਟ ਗਈ ਸੀ, ਗਾਹਕ ਘੱਟ ਆਉਣ ਲੱਗ ਗਏ ਸੀ। ਉਹ ਇਹ ਕੁਝ ਦੇਖ ਕੇ ਬਹੁਤ ਔਖੀ ਹੋਈ ਭਗਤ ਕਬੀਰ ਜੀ 'ਤੇ ਕਿ ਜਦੋਂ ਸਾਧੂ ਮਹਾਤਮਾ ਆਇਆ ਕਰਨ, ਜਸ ਕੀਰਤਨ ਹੋਇਆ ਕਰੇ, ਸਤ ਸੰਗਤ ਹੋਇਆ ਕਰੇ, ਉਹ ਬੜੀ ਔਖੀ ਹੋਇਆ ਕਰੇ। ਬੇਸਵਾ ਨੇ ਖੋਟੀ ਸੋਚ ਕਰਕੇ ਆਪਣੇ ਇੱਕ ਸੱਜਣ ਨੂੰ ਕਿਹਾ ਕਿ ਮੇਰਾ ਤਾਂ ਪੈਸਾ ਨਹੀਂ ਚੱਲਦਾ, ਜੇ ਤੂੰ ਜਾ ਕੇ ਕਬੀਰ ਦੇ ਘਰ ਨੂੰ ਅੱਗ ਲਗਾ ਦੇਵੇਂ
उसने चोरी छिपे भगत जी दे घर नूं अग लगा दित्ती। तां भगत जी उस वेले अपने आनंद विच बैठे सन, जिथे कोई उन्हां नूं फुरना तक भी नहीं फुर रहा सी। अग वधदी गई। सेवकां ने आवाज़ दे के कहा कि कबीर जी, बेसवा ने अपने जो उन्हां दे मित्र सन उन्हां ने अग लवा दित्ती। बेसवा ने अपने बंदियां तो आप अपना बचाव करो। भगत जी ने आनंद विच मगन होया ये पावन शब्द उच्चारण किया। कहन लगे, आपे पावक आपे पावना। हे भाई, पावक आगन रूप भी ओह परमेश्वर आप ही है, ते पावना हवा रूप भी आप ही है। ते भगत जी नूं सत संगीए कहन लगे, हे कबीर जी, सब कुछ सड़दा जा रहा है। तां भगत जी कहन लगे, जा रै खसम ता राखै कवना। हे भाई, जेकर खसम मालक परमात्मा ही जा रै साड़ना चाहुंदा है तां फिर बचा के कौन रख सकदा है। सेवक कहन लगे, महाराज जी, तुसी ही उठ खड़ो। चलो घर तां मचेगा, तुसी तां उठ खड़ो, विच मचोगे ते अपने शरीर दा बचा तां कर लवो, नहीं तां तुहाडे शरीर नूं भी अग लग जाएगी। सुन के कबीर जी कहन लगे, राम जपत तन जर की ना जाए। कहन लगे, हे भाई, परमेश्वर दा नाम जपद्या होया भावें शरीर भी क्यों ना जर सड़ जाए, मैनू कोई संसा नहीं, मैनू कोई चिंता नहीं। साडा तां राम नाम चित रहिया समाए, साडा तां चित हिरदा परमेश्वर दे नाम विच समा रहा है, मिल रहा है। इस करके सानू कोई संसा नहीं, भावें शरीर सड़ जाए। ते कहन लगे, कबीर जी, घर दा तां कुछ बचा कर लो। भगत कबीर जी कहन लगे, काको जरै काहे होए हान, नट बट खेलै सारंग पाण। भगत कबीर जी कहन लगे, काको जरै काहे होए हान। हे भाई, किस दा कुछ सड़ रहा है, किस दा कुछ सड़ रहा है अते काहे किस दी कोई हानि हो रही है। इस प्रकार जदों कबीर जी ना उठे तां परमेश्वर ने प्रत्यावा लै के पौण देवते नूं हुक्म दिता, जिसने ओह अग कबीर जी दे छप्पर वल्लों उड़ा के बेसवा दे घर नूं लगा दित्ती। ओह अग दा चमकारा विखा के कबीर जी दा बिना कुछ साड़े होए ओह अग जाके बेसवा दे घर नूं लग गई। ऐसा कौतक वेख के बेसवा डर गई ते भज्जी हुई कबीर जी दे पास आई ते कहन लगी कि महाराज, मैनू बचा लो, मेरे पास तां एक घर ही है, ये भी सड़ गया तां मैं भुखी मर जावांगी। तां इन्हां पंक्तियां द्वारा भगत जी बेसवा नूं कहंदे हन कि हे बेसवा, किस दा कुछ सड़ रहा है, किहदी कोई हानि होई है। ये सब तां सारंग पान, सारंग पान, सारंग नामे धनुख नूं हत्थां विच फड़न वाला परमेश्वर नट बट खेलै, नट बट बाजीगर वांग खेल खेड रहा है। भाव कदे मेरे घर नूं अग लगाती, कदे तेरे घर नूं अग लगा दित्ती। ये तां नट दे वट्टे वांगू परमेश्वर खेल रहा है। बेसवा कहन लगी कि महाराज, तुसीं दयालु हो, किरपा करो, मैनू मरदी होई नूं बचा लो। इस प्रकार यह मिन्नतां तरले करन लग पई। तां भगत जी ने कहा कि बीबी, तेरा ते मेरा झगड़ा ही कोई नहीं, ये तां अपने मित्रां दा, अपने यारां दा झगड़ा है।
ਤੇਰੇ ਯਾਰਾਂ ਨੇ ਮੇਰੇ ਘਰ ਨੂੰ ਅੱਗ ਲਗਾ ਦਿੱਤੀ ਹੈ, ਤੇ ਮੇਰੇ ਮਿੱਤਰਾਂ ਨੇ ਮੇਰੇ ਯਾਰਾਂ, ਤੇਰੇ ਮਿੱਤਰਾਂ ਨੇ, ਤੇਰੇ ਯਾਰਾਂ ਨੇ ਮੇਰੇ ਘਰ ਨੂੰ ਅੱਗ ਲਗਾ ਦਿੱਤੀ ਹੈ। ਹੁਣ ਮੇਰੇ ਮਿੱਤਰ ਨੇ ਮੇਰੇ ਘਰ ਨੂੰ ਬੁਝਾ ਕੇ ਤੇ ਤੇਰੇ ਘਰ ਨੂੰ ਅੱਗ ਲਗਾ ਦਿੱਤੀ ਹੈ। ਮੇਰਾ ਮਿੱਤਰ ਸਮਰੱਥ ਸਰਬ ਸ਼ਕਤੀਵਾਨ ਹੈ, ਮੇਰੀ ਤਰ੍ਹਾਂ ਤੂੰ ਵੀ ਉਸ ਦੀ ਸ਼ਰਨ ਵਿੱਚ ਆ ਕੇ ਅਤੇ ਇਹ ਬੇਸਵਾ ਵਾਲਾ ਪੇਛਾ ਛੱਡ ਕੇ, ਤਾਂ ਉਸ ਨੇ ਹੱਥ ਜੋੜ ਕੇ ਕਿਹਾ ਬੇਸਵਾ ਨੇ ਕਿ ਮਹਾਰਾਜ ਅੱਜ ਤੋਂ ਹੀ ਇਹ ਬੇਸਵਾ ਵਾਲਾ ਕੰਮ ਛੱਡਿਆ। ਤਾਂ ਭਗਤ ਕਬੀਰ ਜੀ ਨੇ ਕਿਹਾ ਕਿ ਜਾਂ ਤੂੰ ਨਹੀਂ ਸੜੇਂਗੀ ਜੇ ਇਹ ਕੰਮ ਛੱਡਿਆ, ਤੇ ਘਰ ਵੀ ਬਚ ਜਾਏਗਾ, ਪਰ ਤੂੰ ਇਹਨਾਂ ਬਚਨਾਂ ਨੂੰ ਕਮਾਉਣਾ ਕਰੀ। ਕਹਿਣ ਲੱਗੇ ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਭਗਤ ਕਬੀਰ ਜੀ ਨੇ ਬੇਸਵਾ ਨੂੰ ਕਿਹਾ ਕਿ ਇਹ ਬਚਨ ਕਮਾਉਣਾ ਕਰ, ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲੇਗਾ ਰਾਖ। ਭਗਤ ਕਬੀਰ ਜੀ ਕਹਿਣ ਲੱਗੇ ਬੇਸਵਾ ਨੂੰ ਕਿ ਇਹਨਾਂ ਦੋ ਅੱਖਰਾਂ ਨੂੰ ਕਿ ਰਾਰਾ ਮੰਮਾ ਤੇ ਹਾਹਾ ਰਾਰਾ, ਜੋ ਹਰ ਹਰ ਹੈ ਜਾਂ ਰਾਮ ਰਾਮ ਹੈ, ਉਸ ਨੂੰ ਉਚਾਰਨ ਕਰ। ਹੇ ਬੇਸਵਾ, ਜੇਕਰ ਤੇਰਾ ਖਸਮ ਮਾਲਕ ਪਰਮੇਸ਼ਰ ਤੇ ਨਿਹਚਾ ਹੋਵੇਗਾ ਤਾਂ ਉਹ ਜ਼ਰੂਰ ਹੀ ਤੈਨੂੰ ਰੱਖ ਲਵੇਗਾ। ਤਦੋਂ ਇੱਕਦਮ ਬਾਰਸ਼ ਹੋਈ ਤੇ ਅੱਗ ਬੁਝ ਗਈ। ਇਸ ਪ੍ਰਕਾਰ ਬੇਸਵਾ ਦੀ ਵੀ ਰੱਖਿਆ ਹੋਈ। ਤਾਂ ਭਾਈ ਕਾਨ ਸਿੰਘ ਜੀ ਨਾਭਾ ਨੇ ਇਹਨਾਂ ਪੰਗਤੀਆਂ ਦਾ ਅਰਥ ਕੀਤਾ ਹੈ ਕਿ ਜੇਕਰ ਕੋਈ ਅਕਾਰਨ ਬੈਰੀ ਹੋਵੇਗਾ ਤਾਂ ਰਾਮ ਰੱਖਿਆ ਕਰੇਗਾ। ਉਹਨਾਂ ਨੇ ਖਸਮ ਦਾ ਅਰਥ ਦੁਸ਼ਮਣ ਬੈਰੀ ਵੀ ਕੀਤਾ ਹੈ। ਫਾਰਸੀ ਵਿੱਚ ਖਸਮ ਦਾ ਅਰਥ ਬੈਰੀ ਦੁਸ਼ਮਣ ਹੈ, ਪਰੰਤੂ ਇਸੇ ਪ੍ਰਕਾਰ ਅਨੁਸਾਰ ਉਹਨਾਂ ਦਾ ਇਹ ਅਰਥ ਨਹੀਂ ਢੁਕਦਾ। ਇਸ ਅਰਥ ਨਾਲ ਕਬੀਰ ਜੀ ਦਾ ਪਰਮਾਤਮਾ ਤੋਂ ਹੀਣ ਨਿਹਚਾ ਸਿੱਧ ਹੁੰਦਾ ਹੈ ਕਿ ਜੇਕਰ ਖਸਮ ਹੋਵੇਗਾ ਤਾਂ ਰੱਖ ਲਵੇਗਾ। ਅਰਥ ਤਾਂ ਭਾਵੇਂ ਠੀਕ ਹੈ, ਪਰ ਇਹ ਅਰਥ ਨਾਲ ਕਬੀਰ ਜੀ ਦੇ ਨਿਸ਼ਚੇ ਤੇ ਸ਼ੰਕਾ ਪੈਦਾ ਹੋ ਜਾਂਦਾ ਹੈ, ਕਿਉਂਕਿ ਕਬੀਰ ਜੀ ਦਾ ਨਿਸ਼ਚਾ ਤਾਂ ਆਰੰਭ ਵਾਲੀਆਂ ਪੰਗਤੀਆਂ ਤੋਂ ਹੀ ਸਿੱਧ ਹੁੰਦਾ ਹੈ। ਇੱਥੇ ਭਗਤ ਜੀ ਬੇਸਵਾ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਬੇਸਵਾ, ਜੇਕਰ ਤੇਰਾ ਪਰਮਾਤਮਾ ਖਸਮ ਤੇ ਭਰੋਸਾ ਵੱਜ ਗਿਆ ਤਾਂ ਉਹ ਤੇਰੀ ਰੱਖਿਆ ਕਰੇਗਾ। ਇਸ ਕਰਕੇ ਜੋ ਸੰਪਰਦਾ ਦਾ ਅਰਥ ਉਪਰੋਕਤ ਕੀਤਾ ਹੈ ਉਹ ਹੀ ਠੀਕ ਸਮਝਣਾ ਹੈ। ਅਗਲੇ ਸ਼ਬਦ ਦੇ ਅੰਦਰ ਭਗਤ ਜੀ ਕਥਨ ਕਰਦੇ ਹਨ ਕਿ ਗੌੜੀ ਕਬੀਰ ਜੀ ਦੋ ਪਦੇ ਦੇ ਹੇਠਾਂ 2 ਅੰਕ ਤੋਂ ਭਾਵ ਹੈ ਕਿ ਹੁਣ ਭਗਤ ਕਬੀਰ ਜੀ ਦੇ 2 ਪਦਿਆਂ ਵਾਲੇ 2 ਸ਼ਬਦ ਆਉਣਗੇ। ਇਸ ਪਾਵਨ ਸ਼ਬਦ ਵਿੱਚ ਕਬੀਰ ਜੀ ਪਰਮੇਸ਼ਰ ਅੱਗੇ ਬੇਨਤੀ ਪੂਰਵਕ ਬਾਚਨ ਕਹਿੰਦੇ ਹਨ, ਨਾ ਮੈਂ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨਾ ਛੂਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ RAM ਨਾਮ ਆਧਾਰਾ ਰਹਾਉ। ਕਹੋ ਕਬੀਰ ਖੋਜੋ ਅਸਮਾਨ, RAM ਸਮਾਨ ਨਾ ਦੋ ਆਨ, RAM ਸਮਾਨ ਨਾ ਦੇਖੋ ਆਨ। ਭਗਤ ਕਬੀਰ ਜੀ ਬੇਨਤੀ ਪੂਰਵਕ ਬਚਨ ਕਥਨ ਕਰਦੇ ਹਨ। ਕਹਿਣ ਲੱਗੇ, ਨਾ ਮੈਂ ਜੋਗ ਧਿਆਨ ਚਿੱਤ ਲਾਇਆ। हे ਪਰਮੇਸ਼ਰ, ਪਤੰਜਲੀਆਂ ਦਾ ਮਤ ਹੈ ਕਿ ਜੋਗਾਸ ਚਿੱਤ ਵਿਰਤੀ ਨਿਰੋਧਾ, ਅਰ ਮੈਂ ਨਾ ਤਾਂ ਜੋਗ ਧਾਰਨ ਕਰਨ ਵਾਲਾ ਬਣਿਆ ਹਾਂ ਤੇ ਨਾ ਹੀ ਮੈਂ ਤੁਹਾਡੇ ਸਰੂਪ ਦਾ ਧਿਆਨ ਖਿਆਲ ਵਿੱਚ ਮਨ ਨੂੰ ਲਾਉਣਾ ਕੀਤਾ ਹੈ। ਅਤੇ ਵੇਦਾਂਤੀਆਂ ਦਾ ਮਤ ਹੈ ਕਿ
ਬਿਨ ਬੈਰਾਗ ਨਾ ਛੂਟ ਸਮਾਇਆ, ਕਿ ਬੈਰਾਗ ਮੋਹ ਦੇ ਤਿਆਗਣ ਤੋਂ ਉਪਰਾਮਤਾ ਧਾਰੇ ਤੋਂ ਬਗੈਰ ਮਾਇਆ ਨਹੀਂ ਛੁੱਟ ਸਕਦੀ। ਭਗਤ ਜੀ ਕਹਿਣ ਲੱਗੇ, ਮੈਂ ਤਾਂ ਕੁਝ ਵੀ ਨਹੀਂ ਧਾਰਨ ਕੀਤਾ, ਮੈਂ ਤਾਂ ਤੁਹਾਡੇ ਨਾਮ ਨੂੰ ਹੀ ਬੈਰਾਗ ਆਦਿਕ ਸਮਝਿਆ ਹੈ। ਕੈਸੇ ਜੀਵਨ ਹੋਏ ਹਮਾਰਾ, ਫਿਰ हे ਮਹਾਰਾਜ ਹਮਾਰਾ ਸਾਡਾ ਜੀਵਨ ਜਿਉਣਾ ਕਿਸ ਪ੍ਰਕਾਰ ਹੋਏਗਾ। ਜਬ ਨਾ ਹੋਏ RAM ਨਾਮ ਆਧਾਰਾ, ਕਿ ਜਿੰਨਾ ਚਿਰ ਤੱਕ RAM ਰਮੇ ਹੋਏ ਪਰਮੇਸ਼ਰ ਜੀ ਆਪ ਜੀ ਦੇ ਨਾਮ ਦਾ ਅੰਦਰ ਆਸਰਾ ਨਾ ਹੋਵੇ, ਉਤਨਾ ਚਿਰ ਅਸੀਂ ਜ਼ਿੰਦਗੀ 'ਚ ਮਰਨਾ ਹੀ ਸਮਝਦੇ ਹਾਂ। ਰਹਾਓ। ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਕਹੋ ਕਬੀਰ ਖੋਜੋ ਅਸਮਾਨ। ਭਗਤ ਜੀ ਸਮਝਾ ਰਹੇ ਹਨ, ਕਥਨ ਕਰ ਰਹੇ ਹਨ ਕਿ ਅਸੀਂ ਅਸਮਾਨ ਆਕਾਸ਼ ਤੱਕ ਭਾਵ ਸਵਰਗ ਲੋਕ ਬ੍ਰਹਮ ਲੋਕ ਆਦਿ ਤੱਕ ਖੋਜ ਕੇ ਵੇਖਿਆ ਹੈ, ਪਰੰਤੂ RAM ਸਮਾਨ ਨਾ ਦੇਖੋ ਆਨ, ਕਿ ਪਰਮੇਸ਼ਰ ਦੇ ਨਾਮ ਦੇ ਬਰਾਬਰ ਸਮਾਨ ਬੈਰਾਗ ਜੋਗ ਸਾਧਨ ਆਦਿਕ ਹੋਰ ਕਿਸੇ ਨੂੰ ਦੇਖਦਾ ਤੱਕ ਨਹੀਂ ਵੇਖਿਆ ਹੈ, ਕਿ ਸਭ ਦਵੈਤ ਵਿੱਚ ਹੀ ਲੱਗੇ ਹਨ। ਪਰਮੇਸ਼ਰ ਦੇ ਨਾਮ ਤੁਲ ਹੋਰ ਕੋਈ ਚੀਜ਼ ਨਹੀਂ ਹੈ। ਨਾਮ ਤੁਲ ਕਸ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਕਿ ਨਾਮ ਦੇ ਬਰਾਬਰ ਕੋਈ ਵੀ ਪੁੱਜ ਨਹੀਂ ਸਕਦੀ ਵਸਤੂ। ਅੱਗੇ ਪੌੜੀ ਦੇ ਅੱਗੇ ਸ਼ਲੋਕ ਦੇ ਅੰਦਰ ਭਗਤ ਜੀ ਸਮਝਾ ਰਹੇ ਹਨ ਕਿ ਭਗਤ ਕਬੀਰ ਜੀ ਇੱਕ ਦਿਨ ਸੰਗਤ ਦੇ ਨਾਲ ਮਿਲ ਰਹੇ ਸਨ। ਭਜਨ ਕੀਰਤਨ ਹਰੀ ਜਸ ਕਰਦੇ ਹੋਏ ਤੁਰੇ ਆ ਰਹੇ ਸੀ। ਰਸਤੇ ਵਿੱਚ ਇੱਕ ਬੜੇ ਹੰਕਾਰ ਵਾਲਾ ਪੁਰਸ਼ ਮੰਜੇ ਪਰ ਬੈਠਾ ਪੋਚ ਕੇ ਪੱਗ ਦੇ ਲੜ ਸਵਾਰ ਰਿਹਾ ਸੀ। ਸੰਗਤਾਂ ਕੀਰਤਨ ਕਰਦੀਆਂ ਹੋਈਆਂ ਉਸ ਦੇ ਲਾਗੋਂ ਦੀ ਲੰਘ ਗਈਆਂ, ਕਿ ਨਾ ਸੰਗਤ ਦਾ ਸਤਿਕਾਰ ਕੀਤਾ, ਨਾ ਖੜਾ ਹੋਇਆ, ਤੇ ਪੱਗ ਹੀ ਪੋਚ ਬੰਨੀ ਜਾਵੇ। ਪਰੰਤੂ ਉਹ ਪਰਮੇਸ਼ਰ ਦੇ ਜਸ ਦਾ ਸੰਗਤ ਦਾ ਸਤਿਕਾਰ ਕਰਨ ਲਈ ਮੰਜੇ ਤੋਂ ਉੱਠਿਆ ਹੀ ਨਾ। ਸੋ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਲੋਕਾਂ ਨੇ ਉਸ ਦਾ ਸੰਸਕਾਰ ਹੀ ਨਾ ਕੀਤਾ, ਕਿਉਂਕਿ ਇਹ ਦੁਰਾਚਾਰੀ ਪੁਰਸ਼ ਲੋਕਾਂ ਵੱਲੋਂ ਧਰਕਾਰਿਆ ਹੋਇਆ ਸੀ, ਤੇ ਲੋਕ ਚੁੱਕ ਕਰਕੇ ਬਾਹਰ ਜੰਗਲ ਵਿੱਚ ਸੁੱਟ ਆਏ, ਜਿੱਥੇ ਜਾਨਵਰਾਂ ਨੇ ਉਸ ਦੇ ਸਰੀਰ ਨੂੰ ਖਾ ਲਿਆ। ਸਾਰਾ ਪਿੰਜਰ ਖਿਲਰਿਆ ਪਿਆ, ਹੱਡੀਆਂ ਅਲੱਗ ਹੋਈਆਂ ਪਈਆਂ, ਤੇ ਸਿਰ ਦੀ ਖੋਪੜੀ ਵਿੱਚ ਵਿਸ਼ਟਾ ਭਰੀ ਹੋਈ ਹੈ, ਗੰਦਗੀ ਭਰੀ ਹੋਈ ਹੈ, ਤੇ ਕਾਂ ਆਪਣੀ ਚੁੰਝ ਸਵਾਰਦਾ ਪਿਆ ਹੈ ਖੋਪੜੀ ਤੇ ਮਾਰ ਕੇ। ਕਬੀਰ ਜੀ ਉੱਥੋਂ ਦੀ ਲੰਘ ਰਹੇ ਸੀ। ਜਦ ਇਹਨਾਂ ਦੀ ਦ੍ਰਿਸ਼ਟੀ ਉਸ ਖੋਪੜੀ ਤੇ ਪਈ ਤਾਂ ਇਹਨਾਂ ਨੇ ਅੰਤਰ ਦ੍ਰਿਸ਼ਟੀ ਕਰਕੇ ਵੇਖਿਆ ਕਿ ਇਹ ਤਾਂ ਉਹ ਹੰਕਾਰੀ ਦੀ ਖੋਪੜੀ ਹੈ, ਜਿਹੜਾ ਸੰਗਤ ਅਤੇ ਹਰੀ ਜਸ ਦੇ ਸਤਿਕਾਰ ਵਜੋਂ ਉੱਠਿਆ ਹੀ ਨਹੀਂ ਸੀ ਤੇ ਮੱਥਾ ਵੀ ਨਹੀਂ ਟੇਕਿਆ ਸੀ। ਅੱਜ ਇਸ ਦੀ ਇਹ ਹਾਲਤ ਹੋਈ ਪਈ ਹੈ। ਸੋ ਉਦੋਂ ਭਗਤ ਜੀ ਇਹ ਬੈਰਾਗਮਈ ਸ਼ਬਦ ਉਚਾਰਨ ਕਰਦੇ ਹੋਏ ਕਹਿਣ ਲੱਗੇ, ਜਿਹੇ ਸਿਰ ਰਚ ਬਾਦਤ ਪਾਗ। ਕਹਿਣ ਲੱਗੇ, ਹੇ ਭਾਈ, ਜਿਸ ਸਿਰ ਉੱਪਰ ਰਚ ਕੇ ਸਵਾਰ ਕੇ ਪੱਗ ਬੰਨ੍ਹਦਾ ਸੀ, ਸੋ ਸਿਰ ਚੁੰਚ ਸਵਾਰ ਹੈ ਕਾਗ। ਸੋ ਉਸ ਸਿਰ ਤੇ ਵਿਸ਼ਟਾ ਭਰੇ ਹੋਏ ਕਰੰਗ ਵਿੱਚ ਅੱਜ ਕਾਂ ਉਸ ਵਿਸ਼ਟਾ ਨੂੰ ਖਾਣ ਲਈ ਆਪਣੀ ਚੁੰਝ ਨੂੰ ਸਵਾਰ ਰਿਹਾ ਹੈ। ਹੇ ਜੀਵ, ਤੂੰ ਜਿਸ ਸਿਰ ਉੱਪਰ ਬੜੀਆਂ ਪੋਚ ਕੇ ਪੱਗਾਂ ਬੰਨ੍ਹਦਾ ਹੈ, ਉਸ ਸਿਰ ਨੂੰ ਕਾਲ ਰੂਪੀ ਕਾਂ ਆਪਣੀ ਇੱਛਾ ਰੂਪੀ ਚੁੰਝ ਦੇ ਤਾਈਂ ਮਿਰਤੂ ਕਰਨ ਰੂਪੀ ਸਵਾਰੇਗਾ, ਭਾਵ ਤੇਰਾ ਨਾਸ ਕਰ ਦੇਵੇਗਾ।
इस तन धन को क्या गरवैया। हे भाई फिर इस तन इस शरीर अते धन विभूति दा क्या की गरवैया हंकार करदा है। राम नाम काहे ना दृढ़िया रहाओ। कि परमेश्वर दे नाम नू क्यों नहीं दृढ़ करदा। कि राम नाम काहे ना दृढ़िया। यह दृढ़िया पाठ नहीं करना है, दृढ़िया दृढ़ करने का भाव है। कहत कबीर सुनो मन मेरे। भगत कबीर जी कथन करते हैं अपने मन नू कहते हुए कि हे मेरे मना, साडे प्यारे मना, सुनना कर यही हवाल होहेंगे तेरे। जेकर नाम नहीं जपेगा तां अंत नूं तेरे सिर ते भी इहो ही उपरोक्त हाल होणगे कि जो सिर साई ना निवै सो सिर कीजै काए। कुन्ने हेठ जलाईऐ बालण सदै थाए। कि बालणा की तरह चुल्हे दे विच सड़ जाए यह शरीर जे यह परमेश्वर का नाम नहीं जपदा। अगले शब्द दे विच भगत जी समझा रहे हैं गौड़ी ग्वारेरी के पदे 35 कि इथों तक भगत कबीर जी दे गौड़ी दी ग्वारेरी जाति दे 35 शब्द आ चुके हैं। अगे अष्टपदी शुरू करते हैं। राग गौड़ी ग्वारेरी अष्टपदी कबीर जी की एक ओंकार सतगुर प्रसाद। राग गौड़ी दी ग्वारेरी जाति विच भगत कबीर जी दी अष्टपदी 8 पदियां वाली बाणी श्री गुरु अर्जन देव महाराज जी दर्ज करते हुए एक ओंकार सतगुर प्रसाद। ओंकार अकाल पुरख एक है, सतगुरां दी किरपा द्वारा प्राप्ति हुंदी है। इस शब्द की उथानका है कि भगत कबीर जी पास एक विषयी पुरुष आया, कहन लग्या कि महाराज तुसीं एवें ही इतने औखे हो के रब दा नाम जपदे हो, जो विशे सुख विच आनंद है होर किते नहीं प्राप्त हुंदा, कितना ही नाम जपण वेले दुखी हुंदे हो। इस तरह उसने विषयियां की उस्तति की। विषयी ने कि शराब पीण वाले नशे करन वाले मौजां करते हैं, तो भगत कबीर जी यह बैरागमई उपदेश दिंदे हैं। कहन लगे सुख मांगत दुख आगै आवै, सो सुख हम हो ना मांगिया भावै। बिखिया अज हूँ सुरत सुख आसा, कैसे हुई है राजा राम निवासा रहाओ। भगत जी उस विषयी पुरख नूं कहन लगे हे भाई जेड़ा सुख विसे सुख तू मंगदा है इस दे नाल जम्मण मर रूपी दुख अगे आ जाएगा, भाव जम्मण मरण का दुख प्राप्त होएगा। सो सुख हम हूँ ना मांगिया भावै। भगत जी कहन लगे ओहो सुख ओहो विषे सानू मंगना भाउंदे नहीं हन, भाव चंगा नहीं लगदा। यह विखिया अज हूँ सुरत सुख आसा कि अजे सुरती तां विषयां विच जहर रूपी माया विच लगी हुई, ते आसा इच्छा सुख ही मंगदे हो। फिर कैसे होई है राजा राम निवासा। फिर इन्हां विषयां विच लगन करके ओह राजा प्रकाश स्वरूप परमेश्वर दे विच निवासा स्थिति किमें होवेगी। रहाओ विश्राम दे के भगत जी कहन लगे इस सुख ते शिव ब्रह्मा डराना। इस सुख ते शिव ब्रह्म डराना कि इन्हां विषयां दे सुख तो तां भाव शिव जी अते ब्रह्मा वर्गे बड़े देवते भी डरते हैं। जेड़े सुख तू कहना है नशियां वाले कि इन्हां विषयां दे जां विषे भोगण दे सुखां तो तां
शिवजी अते ब्रह्मा वर्गे डरदे हन, जिहड़े देवते हन। जिस वेले समुंदर रिड़किया तां उस वेले विष्णु ने शिवजी नूं जहर धारण कर लई कहा कि यह जहर पी लै। तां इसने नाम भजन दे प्रताप करके उस जहर नूं अपने कंठ विच धारण कर लिया। अते धारण करन तो बाद शिवजी ने कहा कि हे भगवान जी, जे तुसीं मोहनी अवतार धारण कीता सी, किरपा करके एक बार उस स्वरूप दे दर्शन जरूर कराओ। तां विष्णु ने कहा कि तेरा चित्त स्थिर नहीं रहेगा, तू की करना है मोहनी रूप देख के। रहण दे मोहनी रूप देखण तो पर विश्वी जिहड़ा शिवजी सी वो ना मन्निया। कहता महाराज मैनू तां मोहनी रूप दिखाओ। उसने कहा कि जरूर दर्शन दिखाओ। तां विष्णु ने उस वेले मोहनी अवतार धारण किया, जिसनों देख के शिवजी का चित्त स्थिर ना रहा ते विषयां दे सुख वास्ते काम की वासना के अधीन होके मोहनी अवतार दे पिछे लग पिया। ओह मोहनी रूप धारण किया सी जिहड़ा वो अगे अगे जाई जावे ते वासना दे अधीन होया। शिवजी इस दे पिछे जाई जावे, इसदा बीज पात्र हो गया। मोहनी रूप देखण करके उसदी एक बूंद गोहे ते डिग पई, जिथों गोरखनाथ की उत्पत्ति हुई। एक समुंदर विच डिगी, जिस तो मच्छी निगल गई। बाद विच उसनों मच्छी के पेटों मछंदर नाथ की उत्पत्ति हुई। एक बूंद इसदी खूह विच डिग पई, जिमें पारा बनिया। इस प्रकार मोहनी अवतार शिवजी नूं मगर मगर लिया के इस दे सारे उपासकां कोल लई फिरदा रहा। जदों शिवजी नूं होश आई तां अपने आप विच बड़ा शर्मिंदा होया कि शिवजी नूं कहता है कि तू मोहनी अवतार धारण करके मेरा सारा जत सत गवा दिता है। सो उदों दा शिवजी दा भी विषय सुख तो बहुत डरदा है। सो सुख हम हूँ साच कर जाना कि उतना दुखदायक विषयां सुख नूं असी सच्चा करके जानिया होया है। सनकादक नारद मुन सेखा, तिन पी तन में मन नहीं पेखा। यह सनकादक ब्रह्मा दे चार पुत सानक सनंदन सनातन संत कुमार अते नारद मुनि जी सेख नाग सेखा बाकी होर भी जो मुनि जन हन। तिन पी तन में मन नहीं पेखा। इन्हां सारियां ने भी तन शरीर विचों अंतिस कारण नूं इकागर नहीं वेखिया। इस मन को कोई खोजो भाई, हे भाई भरावो, इस मन इस अंतस करण इस हिरदे विचों श्रोमणी परमेश्वर नूं कोई लभना करो। यह दसो कि जदों शरीर छुट जाता है उदों यह मन कित्थे समाउंदा है। तां अगे वह विषयी पुरुष कहन लग्या कि भगत जी तुसीं आप ही दसना करो कि यह मन कित्थे समाउंदा है। भगत जी कहन लगे गुर प्रसादी जय दियो नामा, भगत कै प्रेम इनही है जाना। भगत जी कहन लगे हे भाई, जेड़े भगत जय देव जी अते नामदेव आदਿਕ भगत ਹਨ, इन्हां नूं गुरां दी किरपा करके भगती दा प्यार प्रेम पैदा होया है। इस प्रेमा भगती द्वारा मन की मत छड्ड के भाव इकागर चित हो के ब्रह्म विच लीन होना, इन्हां ने ही जानना
ਕੀਤਾ ਹੈ। ਅਗਲੇ ਪਦੇ ਦੇ ਅੰਦਰ ਭਗਤ ਜੀ ਸਮਝਾ ਰਹੇ ਹਨ, ਇਸ ਮਨ ਕੋ ਨਹੀਂ ਆਵਨ ਜਾਨਾ, ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ। ਇਹ ਜੋ ਮਨ, ਇਹ ਜੋ ਜੀਵ ਚੇਤਨ ਸਰੂਪ ਹੈ, ਇਹੋ ਸ਼੍ਰੋਮਣੀ ਪਰਮਾਤਮਾ ਵਿੱਚ ਇਸ ਨੂੰ ਆਵਣ ਜਾਣਾ, ਆਉਣਾ ਜਾਣਾ ਭਾਵ ਜੰਮਣਾ ਮਰਨਾ ਨਹੀਂ ਹੈ। ਇਸ ਦਾ ਹਿਰਦੇ ਵਿੱਚੋਂ 5 ਪ੍ਰਕਾਰ ਦਾ ਸੰਸਾ ਨਿਵਰਤ ਹੋ ਗਿਆ। ਉਸ ਨੇ ਹੀ ਸੱਚ ਸਰੂਪ ਨੂੰ ਪਛਾਨਣਾ ਕੀਤਾ ਹੈ। ਇਸ ਮਨ ਕੋ ਰੂਪ ਨ ਰੇਖਿਆ ਕਾਈ, ਹੁਕਮੇ ਹੋਇਆ ਹੁਕਮ ਬੂਝ ਸਮਾਈ। ਇਸ ਮਨ ਦਾ ਕੋਈ ਵੀ ਰੂਪ ਆਕਾਰ ਤੇ ਰੇਖਿਆ ਰੇਖਾ ਨਹੀਂ ਹੈ। ਇਹ ਤਾਂ ਹੁਕਮ ਦੁਆਰਾ ਹੀ ਸ੍ਰਿਸ਼ਟੀ ਦੇ ਰਚਣ ਵਾਸਤੇ ਪੈਦਾ ਹੋਇਆ ਹੈ ਤੇ ਗੁਰਾਂ ਦੁਆਰਾ ਹੁਕਮ ਨੂੰ ਬੁੱਝ ਕਰਕੇ ਸਾਡੇ ਜੋਤੀ ਸਰੂਪ ਸਮਝ ਕੇ ਉਸ ਪਰਮੇਸ਼ਰ ਵਿੱਚ ਹੀ ਸਮਾ ਜਾਏਗਾ। ਇਸ ਮਨ ਕਾ ਕੋਈ ਜਾਣੈ ਭਇਓ, ਇਹ ਮਨ ਲੀਨ ਭਏ ਸੁਖ ਦੇਓ। ਇਸ ਮਨ ਦੇ ਅੰਦਰ ਹੀ ਸਾਰਾ ਸੰਸਾਰ ਹੈ ਅਤੇ ਉਸ ਸ਼੍ਰੋਮਣੀ ਪਰਮੇਸ਼ਰ ਦੀ ਜੋਤ ਹੈ। ਇਸ ਮਨ, ਇਸ ਅੰਤਸਕਰਨ ਦਾ ਭੇਦ ਜੇ ਕੋਈ ਜਾਣ ਲਵੇ, ਤਦੋਂ ਇਹ ਮਨ ਇਕਾਗਰ ਹੋ ਕੇ ਗਿਆਨ ਦੁਆਰਾ ਬ੍ਰਹਮ ਵਿੱਚ ਅਭੇਦ ਹੋ ਜਾਏਗਾ, ਮਿਲ ਜਾਏਗਾ। ਜਿਸ ਪ੍ਰਕਾਰ ਇਹ ਮਨ ਲੀਨ ਭਏ ਸੁਖ ਦੇਓ, ਸੁਖਦੇਵ ਰਿਸ਼ੀ ਆਦਿਕ ਦਾ ਮਨ ਹਿਰਦਾ ਸ਼੍ਰੋਮਣੀ ਪਰਮੇਸ਼ਰ ਵਿੱਚ ਲੀਨ ਹੋ ਗਿਆ ਸੀ ਤੇ ਸੁਖ ਸਰੂਪ ਦਾ ਪ੍ਰਕਾਸ਼ ਹੋ ਜਾਵੇਗਾ, ਸਰੂਪ ਦੀ ਸਖਿਆਤਤਾ ਹੋ ਜਾਏਗੀ। ਅੱਗੇ ਭਗਤ ਜੀ ਕਥਨ ਕਰਦੇ ਹਨ ਕਿ ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡੁਲਾਵੈ ਗੋ। ਕਿ ਇਹ ਸੁਖਦੇਵ ਮੁਨੀ ਦੀ ਸਾਖੀ ਹੈ ਕਿ ਸੁਖਦੇਵ ਰਿਸ਼ੀ ਬਿਆਸ ਦਾ ਪੁੱਤਰ ਸੀ ਤੇ ਇਹ ਬ੍ਰਹਮ ਪੁਣੇ ਦਾ ਹੰਕਾਰ ਕਰਦਾ ਸੀ ਕਿ ਮੈਂ ਬੜਾ ਬ੍ਰਾਹਮਣ ਹਾਂ। ਕਿ ਪਿਤਾ, ਇਸ ਦੇ ਪਿਤਾ ਨੇ ਕਿਹਾ ਕਿ ਤੂੰ ਮੇਰਾ ਉਪਦੇਸ਼ ਤਾਂ ਮੰਨਦਾ ਨਹੀਂ ਹੈ, ਜਾਂ ਪਹਿਲਾਂ ਕਿਸੇ ਨੂੰ ਆਪਣਾ ਗੁਰੂ ਧਾਰਨ ਕਰ। ਤਾਂ ਇਹ ਰਾਜਾ ਜਨਕ ਜੀ ਦੇ ਪਾਸ ਉਪਦੇਸ਼ ਲੈਣ ਲਈ ਗਿਆ। ਰਾਜਾ ਜਨਕ ਉਸ ਸਮੇਂ ਜੱਗ ਕਰ ਰਿਹਾ ਸੀ। ਇਸ ਨੇ ਆਪਣੇ ਮਨ ਵਿੱਚ ਸੰਕਲਪ ਕੀਤਾ ਕਿ ਇਹ ਤਾਂ ਰਾਜ ਭਾਗ ਦੇ ਵਿੱਚ ਹੀ ਮਸਤ ਹੈ। ਰਾਜਾ ਜਨਕ ਤਾਂ ਮਹਿਲਾਂ ਵਿੱਚ ਤਾਂ ਸੋਨੇ ਦੇ ਥੰਮ ਗੱਡੇ ਹੋਏ ਹਨ, ਇਸ ਨੂੰ ਕਾਹਦਾ ਗਿਆਨ ਹੋਵੇਗਾ। ਤਾਂ ਜਨਕ ਜੀ ਕਹਿੰਦੇ ਕਿ ਥੰਮਲੇ ਤਾਂ ਜ਼ਮੀਨ ਵਿੱਚ ਗੱਡੇ ਹੋਏ ਹਨ, ਇਹ ਮੇਰੀ ਛਾਤੀ ਵਿੱਚ ਨਹੀਂ ਗੱਡੇ ਹੋਏ। ਤੈਨੂੰ ਇਹ ਸੰਕਲਪ ਕਿਉਂ ਫੁਰਿਆ? ਜਾਂ ਅਜੇ ਨਹੀਂ ਤੈਨੂੰ ਉਪਦੇਸ਼ ਦੇਣਾ, ਜਦ ਅਸੀਂ ਵਿਹਲੇ ਹੋਵਾਂਗੇ ਇਹ ਜੱਗ ਕਰਨ ਤੋਂ ਉਦੋਂ ਆਵੀਂ। ਫਿਰ ਦੁਬਾਰਾ ਗਿਆ ਤਾਂ ਰਾਜੇ ਜਨਕ ਨੇ ਕਿਹਾ ਕਿ ਪਹਿਲਾਂ ਤੈਨੂੰ ਪਰਖਾਂਗੇ ਕਿ ਤੂੰ ਉਪਦੇਸ਼ ਲੈਣ ਦਾ ਕਾਬਲ ਵੀ ਹੈ ਜਾਂ ਨਹੀਂ। ਰਾਜੇ ਨੇ ਕਿਹਾ ਕਿ ਇੱਕ ਥਾਲੀ ਵਿੱਚ ਤੇਲ ਭਰ ਕੇ ਲੈ ਜਾ ਤੇ ਸਾਡੀ ਪੁਰੀ ਦੇ ਦੁਆਲੇ ਚੱਕਰ ਕੱਟ ਕੇ ਆ। ਜੇਕਰ ਤੇਲ ਡੁੱਲ ਗਿਆ ਤਾਂ ਅਸੀਂ ਉਪਦੇਸ਼ ਨਹੀਂ ਦੇਣਾ। ਤਾਂ ਸੁਖਦੇਵ ਮੁਨੀ ਉਸ ਤੇਲ ਦੀ ਭਰੀ ਥਾਲੀ ਲੈ ਕੇ ਤੁਰ ਪਿਆ। ਉੱਥੋਂ ਰਾਜੇ ਜਨਕ ਨੇ ਪੁਰੀ ਦੇ ਚਾਰੇ ਪਾਸੇ ਤਮਾਸ਼ੇ ਬਣਾ ਦਿੱਤੇ। ਕਿਤੇ ਕੋਈ ਕੁਸ਼ਤੀ ਲੜ ਰਹੇ ਹਨ, ਕਿਤੇ ਨਟ ਆਦਿਕ ਖੇਡ ਰਹੇ ਹਨ, ਕਿਤੇ ਬੇਸਵਾ ਦਾ ਬਾਜ਼ਾਰ ਆਦਿਕ ਕੌਤਕ ਵਰਤਾ ਦਿੱਤੇ। ਪਰੰਤੂ ਸੁਖਦੇਵ ਮੁਨੀ ਨੇ ਤੇਲ ਦੇ ਉੱਪਰੋਂ ਨਿਗਾਹ ਨਾ ਚੁੱਕੀ। ਸੋਚਦਾ ਹੈ ਕਿ ਜੇਕਰ ਤੇਲ ਡੁੱਲ ਗਿਆ ਤਾਂ ਰਾਜੇ ਜਨਕ ਨੇ ਉਪਦੇਸ਼ ਨਹੀਂ ਦੇਣਾ। ਸੋ ਇਹ ਥਾਲੀ ਬਚਾ ਕੇ ਰਾਜੇ ਜਨਕ ਦੇ ਪਾਸ ਆ ਗਿਆ। ਸੁਖਦੇਵ ਮੁਨੀ ਕਹਿੰਦਾ ਕਿ ਮਹਾਰਾਜ ਇਹ ਲਓ ਤੇਲ ਦੀ ਥਾਲੀ। ਰਾਜੇ ਨੇ ਕਿਹਾ ਕਿ ਤੇਲ ਡੁੱਲਿਆ ਤਾਂ ਨਹੀਂ? ਕਹਿੰਦਾ ਕਿ ਨਹੀਂ, ਤੇਲ ਡੁੱਲਿਆ ਨਹੀਂ ਜੀ। ਫਿਰ ਰਾਜੇ ਨੇ ਕਿਹਾ ਕਿ ਤੇਰੇ ਦੁਆਲੇ ਕੀ ਹੁੰਦਾ ਸੀ?
ਕਹਿੰਦਾ ਮਹਾਰਾਜ ਰੰਗ ਤਮਾਸ਼ੇ ਆਦਿਕ ਹੋ ਰਹੇ ਸੀ, ਉਹ ਨਹੀਂ ਵੇਖੇ। ਕਹਿੰਦਾ ਜੇਕਰ ਵੇਖਦਾ ਤਾਂ ਤੇਲ ਵੱਲੋਂ ਧਿਆਨ ਹਟ ਜਾਣਾ ਸੀ ਤੇ ਤੇਲ ਨੇ ਡੁੱਲ ਜਾਣਾ ਸੀ। ਤਾਂ ਰਾਜੇ ਨੇ ਕਿਹਾ ਕਿ ਐਸੇ ਪ੍ਰਕਾਰ ਅਸੀਂ ਦੁਨੀਆ ਦੇ ਰਾਗ ਰੰਗ ਵਿੱਚ ਰਹਿੰਦੇ ਹਾਂ ਹੋਏ ਵੀ ਨਿਰਲੇਪ ਰਹਿੰਦੇ ਹਾਂ। ਤਾਂ ਇਹ ਪੈਰੀਂ ਪੈ ਗਿਆ। ਰਾਜੇ ਨੇ ਕਿਹਾ ਕਿ ਅਜੇ ਮੇਰੇ ਘਰ ਮਹਿਮਾਨ ਰਿਸ਼ੀ ਮੁਨੀ ਆਦਿਕ ਆਏ ਹਨ, ਉਹਨਾਂ ਨੂੰ ਭੋਜਨ ਖਵਾਉਣ ਤੋਂ ਬਾਅਦ ਤੈਨੂੰ ਉਪਦੇਸ਼ ਦੇਵਾਂਗੇ। ਤੇ ਉਹ ਉਤਨਾ ਚਿਰ ਇੱਥੇ ਬਾਹਰ ਇੱਕ ਕਿਨਾਰੇ ਖੜਾ ਰਹਿ। ਕਹਿਣ ਲੱਗੇ ਕਿ ਇੱਕ ਪਾਸੇ ਕੰਧ ਦੇ ਨਾਲ ਇੱਕ ਕਿਨਾਰੇ ਤੇ ਖੜਾ ਰਹਿ, ਜਿਤਨਾ ਚਿਰ ਮਹਿਮਾਨ ਆਏ ਹਨ ਉਤਨਾ ਚਿਰ ਉਹਨਾਂ ਨੂੰ ਲੰਗਰ ਛਕਾ ਦੇਈਏ, ਉਸ ਤੋਂ ਬਾਅਦ ਉਪਦੇਸ਼ ਦੇਵਾਂਗੇ। ਤਾਂ ਇਹ ਹੁਕਮ ਮੰਨ ਕੇ ਇਹ ਖੜਾ ਰਿਹਾ ਤੇ ਇਸ ਦੇ ਉੱਪਰ ਹੀ ਜੂਠੀਆਂ ਪੱਤਲਾਂ ਡਿੱਗਦੀਆਂ ਰਹੀਆਂ ਤੇ ਇਹ ਪੱਤਲਾਂ ਦੇ ਹੇਠਾਂ ਹੀ ਦੱਬਿਆ ਗਿਆ, ਪਰ ਮਨ ਨੂੰ ਖਿਨ ਭਰ ਵੀ ਡੁਲਾਇਆ ਨਹੀਂ। ਜੈਸਾ ਕਿ ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡੁਲਾਵੈ ਗੋ। 1309 ਅੰਗ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਗਤੀਆਂ ਆਉਂਦੀਆਂ ਹਨ। ਰਾਜੇ ਨੇ ਆਣ ਕੇ ਪੁੱਛਿਆ ਕਿ ਇੱਥੇ ਇੱਕ ਸੁਖਦੇਵ ਮੁਨੀ ਖੜਾ ਸੀ। ਕਹਿੰਦੇ ਜੀ ਉਹ ਤਾਂ ਇਹਨਾਂ ਪੱਤਲਾਂ ਦੇ ਵਿੱਚ ਦੱਬਿਆ ਗਿਆ। ਤਾਂ ਰਾਜੇ ਨੇ ਉਸ ਨੂੰ ਕਢਵਾ ਕੇ ਉਸ ਦਾ ਇਸ਼ਨਾਨ ਕਰਾਇਆ। ਉਸ ਦੇ ਅੰਦਰੋਂ ਹੁਣ ਬ੍ਰਹਮ ਪੁਣੇ ਦਾ ਹੰਕਾਰ ਮਿਟ ਚੁੱਕਿਆ ਸੀ ਤੇ ਇਸ ਦਾ ਮਨ ਇਕਾਗਰ ਹੋ ਚੁੱਕਿਆ ਸੀ। ਉਸ ਵੇਲੇ ਰਾਜੇ ਜਨਕ ਨੇ ਇਸ ਨੂੰ ਉਪਦੇਸ਼ ਦਿੱਤਾ। ਇਸ ਪ੍ਰਕਾਰ ਸੁਖਦੇਵ ਮੁਨੀ ਵੀ ਪਰਮੇਸ਼ਰ ਦੇ ਰੰਗ ਵਿੱਚ ਮਨ ਕਰਕੇ ਲੀਨ ਹੋ ਗਿਆ ਸੀ। ਜੀਓ ਏਕ ਅਰ ਸਗਲ ਸਰੀਰਾ, ਇਸ ਮਨ ਕੋ ਰਵ ਰਹੇ ਕਬੀਰਾ। ਕਹਿਣ ਲੱਗੇ ਭਗਤ ਕਬੀਰ ਜੀ, ਹੇ ਭਾਈ ਆਰ ਔਰ ਸਗਲ ਸਾਰੇ ਸਰੀਰਾਂ ਦੇ ਵਿੱਚ ਦੇਹਾਂ ਦੇ ਵਿੱਚ ਜੀਓ ਜੀਵ ਚੇਤਨ ਇੱਕੋ ਹੀ ਹੈ। ਭਗਤ ਜੀ ਕਥਨ ਕਰਦੇ ਹਨ ਕਿ ਇਸ ਨੂੰ ਅਸੀਂ ਮਨ ਕਹਿੰਦੇ ਹਾਂ। ਜਿਹੜੀ ਜੀਵਨ ਚੇਤਨ ਹੈ ਕਿ ਜਿਉ ਹੈ, ਇਸ ਨੂੰ ਮਨ ਕਹਿੰਦੇ ਹਾਂ ਤੇ ਇਸ ਦੇ ਤਾਂ ਹੀ ਅਸੀਂ ਉਚਾਰਨ ਕਰ ਰਹੇ ਹਾਂ। ਭਾਵ ਜਿਵੇਂ ਸੂਰਜ ਇੱਕ ਹੁੰਦਾ ਹੈ ਤੇ ਉਸ ਦਾ ਪ੍ਰਤੀਬਿੰਬ ਲੱਖਾਂ ਪਾਣੀਆਂ ਵਿੱਚ ਲੱਖਾਂ ਘੜਿਆਂ ਵਿੱਚ ਪੈਣ ਕਰਕੇ ਲੱਖਾਂ ਸੂਰਜ ਦਿਸਦੇ ਹਨ। ਇਸੇ ਪ੍ਰਕਾਰ ਦੇਹਾਂ ਰੂਪੀ ਘੜਿਆਂ ਵਿੱਚ ਪਾਣੀ ਰੂਪੀ ਅੰਤ ਸਕਰਨਾਂ ਵਿੱਚ ਹਿਰਦਿਆਂ ਵਿੱਚ ਸੂਰਜ ਦੀ ਨਿਆਈ ਇੱਕ ਹੀ ਬ੍ਰਹਮ ਦਾ ਪ੍ਰਤੀਬਿੰਬ ਪ੍ਰਕਾਸ਼ ਪੈ ਰਿਹਾ ਹੈ। ਭਗਤ ਜੀ ਕਥਨ ਕਰਦੇ ਹਨ ਕਿ ਉਸ ਮਨ ਉਸ ਸ਼੍ਰੋਮਣੀ ਪਰਮਾਤਮਾ ਨੂੰ ਅਸੀਂ ਉਚਾਰਨ ਕਰ ਰਹੇ ਹਾਂ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਕਥਨ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਇਕਨੀ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ ਆਓ